ਉਹਨੂੰ ਫੀਲ ਕਰਾਂ ਵੀ ਹੈ ਕਿਉਂਕਿ ਪਹਿਲੀ ਵਾਰ ਸਨੋ ਦੇਖੀ ਸੀ। ਸਬਜ਼ੀ ਦਾਲ ਰੋਟੀ ਦੂਜੇ ਪੰਜਾਬੀ ਬੋਲਣੇ ਕਿਉਂਕਿ ਪੰਜਾਬੀ ਵਾਲਾ ਬੋਲਣ ਵਾਲਾ ਕੋਈ ਨਾ ਸੀਗਾ। ਪਰ ਨਹੀਂ ਜਦ ਮੈਂ ਆਇਆ 1966 ਵਿੱਚ ਤਾਂ ਆਪਣਾ ਇੱਕੋ ਹੀ ਗੁਰਦੁਆਰਾ ਹੁੰਦਾ ਸੀਗਾ। ਫੰਕਸ਼ਨ ਵੀ ਹੁੰਦਾ ਸੀ, ਵਿਆਹ ਆਇਆ ਜਾਂ ਅਖੰਡ ਪਾਠ ਆ ਤਾਂ ਚਿੱਠੀਆਂ ਗੁਰਦੁਆਰੇ ਨਿਕਲਦੀਆਂ ਸੀ। ਆਪਣਾ ਸਟੋਰ ਵੀ ਕੋਈ ਨਾ ਸੀਗਾ ਜੀ। ਸਰੀ ਬਹੁਤ ਰੇਸਿਜ਼ਮ ਸੀਗਾ। ਆਪਣੀ ਲੇਡੀ ਕੋਈ ਤੁਰ ਨਹੀਂ ਜੋ ਇਕੱਲੀ ਸਟਰੀਟ 'ਤੇ ਨਹੀਂ ਜਾ ਸਕਦੀ। ਗੋਰੇ ਇੱਟਾਂ ਮਾਰਦੇ ਸੀ, ਉੱਦਾਂ ਗਾਲਾਂ ਕੱਢਦੇ ਸੀਗੇ। ਜੇ ਕਿਸੇ ਨੇ ਪੱਗ ਬੰਨੀ ਹੋਈ ਪੱਗ ਵਾਲਾ ਗਿਆ ਤਾਂ ਉਹਨਾਂ ਨੂੰ ਰੈਗ ਹੈਡ ਕਹਿਣਾ ਚਾਹੀਦਾ। ਬਹੁਤ ਜਿੱਦਾਂ ਬੁਰੀ ਹਾਲਤ ਸੀ ਉਸ ਵੇਲੇ। ਆਪਣੇ ਬੰਦੇ ਇੰਨੇ ਸੀਗੇ ਵੀ ਜੇ ਸਿੱਖ ਵੀ ਆ ਤਾਂ ਦਿਹਾੜੀ ਨਹੀਂ ਭੰਨਣੀ, ਕੰਮ ਤੇ ਜ਼ਰੂਰ ਜਾਣਾ। ਉਹਨਾਂ ਦੀ ਆਪਣੇ ਬੰਦਿਆਂ ਦੇ ਕਰਕੇ ਉਹਨਾਂ ਦੀ ਕਦਰ ਥੋੜ੍ਹੀ ਜਿਹੀ ਘੱਟ ਗਈ। ਯੂਥ ਗੈਂਗਾਂ 'ਚ ਪੈਣ ਲੱਗ ਪਿਆ, ਡਰੱਗਾਂ 'ਚ ਪੈਣ ਲੱਗ ਪਿਆ। ਕਾਫੀ ਮਸ਼ਹੂਰ ਗੈਂਗਸਟਰ ਬਣੇ ਆ। ਉਹਨਾਂ ਨੂੰ ਡਿਸਕ੍ਰਿਮੀਨੇਸ਼ਨ ਫੇਸ ਕਰਨੀ ਪਈ ਸਕੂਲੇ। ਉਹ ਡਰੋਪ ਆਊਟ ਹੋ ਗਿਆ ਸਕੂਲੋਂ। ਉਹਨੇ ਫਿਰ ਡੰਡਾ ਚੱਕਿਆ ਵੀ ਅਸੀਂ ਜੇ ਐਕਸੈਪਟੈਂਸ ਲੈਣੀ ਆ ਤਾਂ ਸਾਨੂੰ ਅਗਰੈਸਿਵ ਹੋਣਾ ਪੈਣਾ। ਸਕੂਲਾਂ 'ਚ ਪੰਜਾਬੀ ਭਾਸ਼ਾ ਕਦੋਂ ਸ਼ੁਰੂ ਹੋਈ? ਕਰੋ ਹੁਣ ਅਸੀਂ ਇੰਨਾ ਪੈਸਾ ਇਕੱਠਾ ਕੀਤਾ। ਉਹ ਕਹਿੰਦੇ ਦੱਸੋ, ਅਸੀਂ ਜੋ ਕਹੇ ਅਸੀਂ ਕਿਹਾ ਪੰਜਾਬੀ ਹਸਪਤਾਲ ਦੇ ਵਿੱਚ ਪੰਜਾਬੀ ਦੀਆਂ ਸਾਈਨਾਂ ਵੀ ਹੋਣੀਆਂ ਚਾਹੀਦੀਆਂ। ਹਲੇ ਵੀ ਆਪਣੇ ਕਾਫੀ ਪੇਰੈਂਟਸ ਆ ਉਹ ਕਹਿੰਦੇ ਪੰਜਾਬੀ ਤਾਂ ਬੱਚੇ ਨੇ ਸਿੱਖ ਹੀ ਜਾਣੀ ਆ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਗੱਲ ਕਰਾਂਗੇ ਬਲਵੰਤ ਸਿੰਘ ਸੰਘੇੜਾ ਜੀ ਦੇ ਨਾਲ, ਜਿਨ੍ਹਾਂ ਨੇ ਸਾਲ 1966 ਵਿੱਚ ਕੈਨੇਡਾ ਦੇ ਧਰਤੀ ਦੇ ਉੱਤੇ ਪੈਰ ਰੱਖਿਆ ਤੇ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੇ ਪੰਜਾਬੀਆਂ ਦੇ ਸਫ਼ਰ, ਪੰਜਾਬੀ ਭਾਸ਼ਾ ਦੇ ਸਫ਼ਰ ਤੇ ਪੰਜਾਬੀ ਨੌਜਵਾਨਾਂ ਨੂੰ ਪੰਜਾਬੀ ਦੇ ਨਾਲ ਜੋੜੀ ਰੱਖਣ ਦੇ ਵਾਸਤੇ ਜਿਹੜਾ ਸਫ਼ਰ ਹੁਣ ਤੱਕ ਦਾ ਰਿਹਾ ਉਸ ਦੇ ਬਾਰੇ ਜਾਣਕਾਰੀ ਉਹ ਸਾਂਝੀ ਕਰਨਗੇ। ਗੱਲਬਾਤ ਕਰਦੇ ਹਾਂ ਸਿੱਧਾ ਉਹਨਾਂ ਦੇ ਨਾਲ ਤੇ ਜਾਣਦੇ ਕਿ ਕਿਸ ਤਰ੍ਹਾਂ ਇਹ ਸਾਰਾ ਸਫ਼ਰ ਉਹਨਾਂ ਦਾ ਰਿਹਾ ਤੇ ਇਸ ਦੌਰਾਨ ਪੰਜਾਬੀ ਭਾਈਚਾਰਾ ਕਿਸ ਤਰ੍ਹਾਂ ਅੱਗੇ ਵਧਦਾ ਗਿਆ ਤੇ ਅੱਗੇ ਹੋਰ ਭਾਈਚਾਰੇ ਦੇ ਵਾਸਤੇ ਰਸਤੇ ਖੁੱਲ੍ਹਦੇ ਗਏ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ PNCN ਦੇ ਉੱਤੇ। ਬਹੁਤ ਬਹੁਤ ਧੰਨਵਾਦ ਜੀ। ਪੁਨੀਤ, ਜਿਵੇਂ ਕਿ ਮੈਂ ਤੁਹਾਡੇ ਸਫ਼ਰ ਦੀ ਗੱਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਕਦੋਂ ਕੈਨੇਡਾ ਦੇ ਵਿੱਚ ਜਦੋਂ ਪਹਿਲੀ ਵਾਰ ਪੈਰ ਧਰਿਆ ਤਾਂ ਕਿਹੜਾ ਸਨ ਸੀ? 1966 ਵਿੱਚ ਮੈਂ ਹਾਂ। ਸਾਡਾ ਪਿੰਡ ਜ਼ਿਲ੍ਹਾ ਜਲੰਧਰ ਵਿੱਚ ਨੂਰਮਹਿਲ ਦੇ ਕੋਲ ਫਰਵਾਲਾ। ਤੇ ਜਨਵਰੀ 1966 ਵਿੱਚ ਮੈਂ ਇੱਥੇ ਆਇਆ। ਆਉਣ ਤੋਂ ਪਹਿਲਾਂ ਮੈਂ ਪੁਨੀਤ ਆਪਣੇ ਪੰਜਾਬ ਯੂਨੀਵਰਸਿਟੀ ਤੋਂ BSc ਡਿਗਰੀ ਕੀਤੀ ਸੀ। ਤੇ ਮੇਰਾ ਪਹਿਲਾਂ ਤੋਂ ਇੱਥੇ ਆ ਕੇ ਟੀਚਿੰਗ ਦਾ ਖਿਆਲ ਸੀਗਾ ਜੀ। ਤੇ ਸੋ ਮੈਂ 6 ਮਹੀਨੇ ਕੰਮ ਕੀਤਾ ਮਿਲ ਵਿੱਚ। ਇੱਥੋਂ ਤਕਰੀਬਨ 500 ਮੀਲ ਤੇ ਜਦ ਆਪਾਂ ਕਲਗਰੀ ਨੂੰ ਜਾਂਦੇ ਹਾਂ, ਇੱਕ ਟਾਊਨ ਹੈ ਗੋਲਡਨ ਦੇ 15-20 ਕਿਲੋਮੀਟਰ ਵੈਸਟ ਇੱਕ ਮਿਲ ਹੁੰਦੀ ਸੈਲਕਰਕ ਸਪਰੂਸ ਮਿਲਸ। ਉੱਥੇ ਮੈਂ 6 ਮਹੀਨੇ ਕੰਮ ਕੀਤਾ। ਤੇ ਸਤੰਬਰ 1966 ਵਿੱਚ ਫਿਰ ਮੈਂ ਸਾਈਮਨ ਫਰੇਜ਼ਰ ਯੂਨੀਵਰਸਿਟੀ ਸ਼ੁਰੂ ਕੀਤੀ ਆਪਣੀ ਟੀਚਰ ਟ੍ਰੇਨਿੰਗ। ਹਾਂਜੀ। ਤੇ ਉਸ ਵੇਲੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਹੈ ਜਿਹੜੀ ਸਿਰਫ 1 ਸਾਲ ਪੁਰਾਣੀ ਸੀ। ਇਹ 1965 ਵਿੱਚ ਖੁੱਲ੍ਹੀ ਸੀਗੀ, ਸਤੰਬਰ 1965। ਸੋ ਕਾਫੀ ਨਵੀਂ ਬਿਲਡਿੰਗ ਸੀ, ਸਭ ਕੁਛ ਨਵਾਂ ਸੀ, ਆਰਕੀਟੈਕਚਰ ਬੜੀ ਜ਼ਬਰਦਸਤ ਆ। ਤੇ ਕਾਫੀ ਮੈਂ ਇੰਜੋਏ ਕੀਤਾ। ਇੱਕ ਦਿਨ ਮੈਂ ਪੁਨੀਤ ਲਾਇਬ੍ਰੇਰੀ 'ਚ ਪੜ੍ਹ ਰਿਹਾ ਸੀਗਾ ਤੇ ਸਨੋ ਪੈਣ ਲੱਗ ਪਈ। ਹੁਣ ਪੰਜਾਬ 'ਚ ਆਪਾਂ ਸਨੋ ਕਿੱਥੇ ਦੇਖਦੇ ਹਾਂ। ਮੈਨੂੰ ਬੜੇ ਹੈਰਾਨੀ ਹੋਈ। ਮੈਂ ਕਿਤਾਬਾਂ ਸਾਰੀਆਂ ਉੱਥੇ ਰਹਿਣ ਤੇ ਨੱਠ ਕੇ ਬਾਹਰ ਜਿਹੜਾ ਆਡੀਟੋਰੀਅਮ ਬਾਹਰ ਸਨੋ ਪੈਂਦੀ ਜਿੱਥੇ, ਉੱਥੇ ਜਾ ਕੇ ਮੈਂ ਸਨੋ ਨੂੰ ਫੀਲ ਕਰਾਂ ਵੀ ਹੈ ਕਿਉਂਕਿ ਪਹਿਲੀ ਵਾਰ ਸਨੋ ਦੇਖੀ ਸੀ। ਆਪਾਂ ਪੰਜਾਬ 'ਚ ਕਿੱਥੇ ਦੇਖਦੇ ਹਾਂ। ਸੋ ਐਨੀਵੇ ਫਿਰ ਮੈਂ ਇੱਥੋਂ 1 ਸਾਲ ਨੋਟਰਡੇਮ ਯੂਨੀਵਰਸਿਟੀ ਇੱਥੋਂ ਨੈਲਸਨ ਆ, ਉੱਥੇ ਮੈਂ ਆਪਣੀ ਟੀਚਰ ਟ੍ਰੇਨਿੰਗ ਕੰਪਲੀਟ ਕੀਤੀ। ਤੇ 1968 ਵਿੱਚ ਮੈਂ ਟੀਚਰ ਲੱਗ ਗਿਆ। ਇੱਥੋਂ ਹਡਸਨ ਹੋ ਪਿਆ ਪ੍ਰਿੰਸ ਜੋਰਜ, ਤੁਸੀਂ ਸੁਣਿਆ ਹੋਊਗਾ। ਫੋਰਟ ਸੇਂਟ ਜੌਨ ਡਸਟਨ ਕ੍ਰੀਕ ਦੇ ਏਰੀਏ 'ਚ ਉਹਨੂੰ ਪੀਸ ਰਿਵਰ ਕੰਟਰੀ ਕਹਿੰਦੇ ਆ। ਤੇ ਉੱਥੇ ਮੈਂ ਟੀਚਿੰਗ ਦੀ ਪੋਜੀਸ਼ਨ ਐਕਸੈਪਟ ਕਰ ਲਈ। ਤੇ ਉਸ ਵੇਲੇ ਉੱਥੇ ਇੱਕ ਡੈਮ ਬਣ ਰਿਹਾ ਸੀਗਾ ਜਿਹੜਾ ਦੁਨੀਆ ਦਾ 2nd ਲਾਰਜੈਸਟ ਡੈਮ ਆ। ਉਹਨੂੰ WAC ਬੈਨਰ ਡੈਮ ਕਹਿੰਦੇ। ਉਸ ਵੇਲੇ ਪੋਰਟੇਜ ਮਾਊਂਟੇਨ ਡੈਮ ਕਹਿੰਦੇ ਸੀਗੇ। ਤੇ ਉੱਥੇ ਮੋਸਟਲੀ ਇੰਜੀਨੀਅਰ ਹੀ ਸੀਗੇ। ਜਿਹੜਾ ਸਾਡਾ ਟਾਊਨ ਸੀ ਜਿੱਥੇ ਹਡਸਨਸ ਹੋਪ, ਤੇ ਇੰਜੀਨੀਅਰ ਤੇ ਟੀਚਰ, ਸੋ ਪ੍ਰੋਫੈਸ਼ਨਲ ਹੀ ਸੀਗੇ। 5 ਸਾਲ ਰਿਹਾ ਮੈਂ ਉੱਥੇ। ਲੇਕਿਨ ਉੱਥੇ ਠੰਡ ਬਹੁਤ ਸੀ। ਜਿਹੜਾ ਪਹਿਲਾ ਸਾਲ ਸੀ ਪ੍ਰਨੀਤ, ਇੱਕ ਦਿਨ ਉੱਥੇ 50 ਡਿਗਰੀ ਬਿਲੋ ਜ਼ੀਰੋ ਸੀ ਜੀ। ਇੰਨੀ ਠੰਡ ਸੀ ਕਿ ਜਦ ਤੁਸੀਂ ਸਾਹ ਵੀ ਲੈਂਦੇ ਸਾਹ ਤੁਹਾਡਾ ਜੰਮ ਜਾਂਦਾ ਸੀ। ਤੇ ਬਹੁਤ ਜ਼ਿਆਦਾ ਪਰ ਯੂਜ਼ ਟੂ ਹੋ ਗਏ। ਲੇਕਿਨ ਉੱਥੇ ਇੱਕ ਮੌਜ ਸੀਗੀ ਕਿਉਂਕਿ ਜਦ ਤੁਸੀਂ ਪਿੰਡਾਂ 'ਚੋਂ ਆਏ ਆ, ਜਿਹੜਾ ਪਿੰਡਾਂ ਦਾ ਵਾਤਾਵਰਨ ਤੁਹਾਨੂੰ ਸੋਹਣਾ ਲੱਗਦਾ। ਹੁਣ ਮੈਂ ਛੋਟੇ ਪਿੰਡ 'ਚੋਂ ਆਇਆ, ਕੋਈ ਵੱਡਾ ਪਿੰਡ ਨਹੀਂ ਸਾਡਾ। ਤੇ ਉੱਥੇ ਹਡਸਨ ਹੋ ਵੀ ਛੋਟਾ ਪਿੰਡ ਵਾਂਗੂ ਹੀ ਸੀਗਾ। ਹਰ ਇੱਕ ਨਾਲ ਬੜਾ ਮੇਲ ਮਿਲਾਪ, ਬਹੁਤ ਸੋਹਣਾ। ਜਿੱਦਾਂ ਮੈਂ ਇਕੱਲਾ ਹੀ
ਟੀਚਰ ਸੀਗਾ ਆਪਣਾ ਇੰਡੋ ਕੈਨੇਡੀਅਨ ਉੱਥੇ। ਬਾਕੀ ਤਕਰੀਬਨ ਸਾਡੇ 25-26 ਦਾ ਸਟਾਫ ਸੀ ਤੇ ਆਪਣੇ ਮੈਂ ਇਕੱਲਾ ਹੀ। ਸਬਜੈਕਟ ਕਿਹੜੇ ਸੀ? ਮੈਂ ਸੀਗਾ ਇਹ ਐਲੀਮੈਂਟਰੀ ਜੂਨੀਅਰ ਸੈਕੰਡਰੀ ਸਕੂਲ ਸੀਗਾ, ਸੋ ਸਾਰੇ ਸਬਜੈਕਟ ਮੈਂ ਟੀਚ ਕਰਦਾ ਹੈ। ਮੈਂ ਗ੍ਰੇਡ 6-7 ਸਟਾਰਟ ਕੀਤਾ, ਨਾਲ ਹੀ ਫਿਰ ਗ੍ਰੇਡ 8-9-10 ਉਹਨਾਂ ਨੂੰ ਵੀ ਟੀਚ ਕਰਦਾ ਸੀਗਾ। ਤੇ ਉੱਥੇ ਮੈਂ ਆਪਣੀ ਦੋ ਚੀਜ਼ਾਂ ਮਿਸ ਕੀਤੀਆਂ। ਇੱਕ ਤਾਂ ਸੀ ਕਿਉਂਕਿ ਉੱਥੇ ਖਾਣਾ ਆਪਣਾ ਰੋਟੀ ਸਬਜ਼ੀ ਦਾਲ ਰੋਟੀ, ਦੂਜੇ ਪੰਜਾਬੀ ਬੋਲਣੀ, ਕਿਉਂਕਿ ਪੰਜਾਬੀ ਵਾਲਾ ਬੋਲਣ ਵਾਲਾ ਕੋਈ ਨਾ ਸੀਗਾ ਉਸ ਵੇਲੇ। ਤਾਂ ਆਪਣੀ ਕਮਿਊਨਿਟੀ ਬਹੁਤ ਥੋੜ੍ਹੀ ਸੀਗੀ ਤੇ ਇਸ ਕਰਕੇ ਉਹਨਾਂ ਏਰੀਆ 'ਚ ਤਾਂ ਤੁਹਾਨੂੰ ਆਪਣਾ ਕੋਈ ਮਿਲਦਾ ਹੀ ਨਹੀਂ ਸੀਗਾ ਬੰਦਾ। ਸੋ ਜਦ ਮੈਂ ਫਿਰ ਆਪਣੇ ਮੇਰੇ ਬ੍ਰਦਰ ਨੇ ਮੈਨੂੰ ਸਪੋਂਸਰ ਕੀਤਾ ਸੀਗਾ ਇੱਥੇ, ਫਿਰ ਮੈਂ ਵੈਨਕੂਵਰ ਆਉਣਾ ਤਾਂ ਮੈਂ ਦੋਨੇ ਚੀਜ਼ਾਂ ਰੀਅਲੀ ਇੰਜੋਏ ਕਰਨੀਆਂ, ਪੰਜਾਬੀ 'ਚ ਗੱਲ ਕਰਨੀ ਅਤੇ ਨਾਲ ਆਪਣੇ ਖਾਣੇ ਦੀ। ਸੋ ਐਨੀਵੇ 5 ਸਾਲ ਮੈਂ ਉੱਥੇ ਲਾਏ। ਉਸ ਤੋਂ ਬਾਅਦ 73 'ਚ ਮੈਂ ਲਿਲੋਟ ਹੈ ਇੱਥੋਂ 200 ਮੀਲ 'ਤੇ ਉੱਥੇ ਮੂਵ ਹੋ ਗਿਆ। ਲਿਲੋਟ ਆਪਣੇ 20-25 ਫੈਮਲੀਆਂ ਸੀਗੀਆਂ ਅਤੇ ਉੱਥੇ ਜਿੱਦਾਂ ਆਪਣਾ ਕਾਫੀ ਮਿਕਸਅਪ ਹੋ ਗਿਆ। ਅਤੇ ਲਿਲੋਟ ਜਿੱਦਾਂ ਇੱਕ ਬਹੁਤ ਸੋਹਣਾ ਸ਼ਹਿਰ ਆ, ਛੋਟਾ ਜਿਹਾ ਉੱਦਾਂ ਦਾ। ਉੱਥੇ ਮੈਂ ਕੌਂਸਲ ਵਿੱਚ ਵੀ ਇਨਵੋਲਵ ਹੋ ਗਿਆ। ਮੈਂ ਉੱਥੇ ਡੈਪਟੀ ਮੇਅਰ ਵੀ ਰਿਹਾ, ਸਿਟੀ ਕੌਂਸਲਰ, ਡੈਪਟੀ ਮੇਅਰ, ਅਤੇ ਉੱਦਾਂ ਵੀ ਕਮਿਊਨਿਟੀ 'ਚ ਕਾਫੀ ਮੈਂ ਘੁਲ ਮਿਲ ਗਿਆ ਸੀਗਾ। ਸੋ ਉਹ ਵੀ ਕਾਫੀ ਇੰਜੋਏ ਕੀਤਾ। ਅਤੇ ਫਿਰ 1990 'ਚ ਮੈਂ ਇੱਥੇ ਰਿਚਮੰਡ ਮੂਵ ਹੋਇਆ। ਮੈਂ ਬਰਨਵੀ ਸਕੂਲ ਡਿਸਟ੍ਰਿਕਟ ਨਾਲ ਐਕਸੈਪਟ ਕਰ ਲਈ ਸੀ ਜੋਬ। ਜਿੱਦਾਂ ਮੈਂ ਪਹਿਲਾਂ BSc ਕੀ ਸੀਗਾ, B.Ed, ਫਿਰ ਮੈਂ ਯੂਨੀਵਰਸਿਟੀ 'ਚ ਮਾਸਟਰ ਆਫ ਐਜੂਕੇਸ਼ਨ ਕੀਤੀ ਸਮਰ ਸਕੂਲ ਦੇ ਥਰੂ ਹੀ, ਅਤੇ ਸਕੂਲ ਸਾਈਕੋਲੋਜੀ 'ਚ। ਅਤੇ ਇਸ ਕਰਕੇ 1990 'ਚ ਮੈਂ ਇੱਥੇ ਬਰਨਵੀ ਸਕੂਲ ਡਿਸਟ੍ਰਿਕਟ ਵਿੱਚ ਜੋਬ ਐਕਸੈਪਟ ਕਰ ਲਈ ਐਜ਼ ਏ ਸਕੂਲ ਸਾਈਕੋਲੋਜਿਸਟ। ਇੱਥੇ ਮੈਂ 14 ਸਾਲ ਕੰਮ ਕੀਤਾ ਹੋਇਆ ਐਜ਼ ਏ ਸਕੂਲ ਸਾਈਕੋਲੋਜਿਸਟ, ਅਤੇ 2004 ਵਿੱਚ ਮੈਂ ਰਿਟਾਇਰ ਹੋਇਆ। ਅਤੇ ਜਦ ਮੈਂ ਇੱਥੇ ਮੂਵ ਹੋਇਆ ਪ੍ਰਨੀਤ, ਤਾਂ ਮੈਨੂੰ ਕਮਿਊਨਿਟੀ 'ਚ ਕਾਫੀ ਇਨਵੋਲਵਮੈਂਟ ਮੇਰੀ ਹੋ ਗਈ। ਉਦੋਂ ਹੀ ਅਸੀਂ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਸਟਾਰਟ ਕੀਤੀ। ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਪੰਜਾਬੀ ਦੇ ਅਸੀਂ ਹੰਭਲਾ ਮਾਰਨ ਲੱਗ ਪਏ। ਉਹਦੇ ਨਾਲ ਹੀ ਮੈਂ ਹੋਰਨਾਂ ਕਮਿਊਨਿਟੀ ਦੇ ਕੰਮਾਂ 'ਚ ਵੀ ਇਨਵੋਲਵ ਹੋ ਗਿਆ। ਯੂਥ ਉਦੋਂ ਉਸ ਵੇਲੇ ਗੈਂਗ ਵਗੈਰਾ ਕਾਫੀ ਸੀਗੇ ਅਤੇ ਯੂਥ ਆਪਣਾ ਡਰੱਗਾਂ 'ਚ ਕਾਫੀ ਪੈ ਰਿਹਾ ਸੀਗਾ। ਸੋ ਅਸੀਂ ਕਾਫੀ ਉਸ ਵੇਲੇ ਹਿੰਮਤ ਕੀਤੀ। ਉਸ ਵੇਲੇ ਪਨੀਤ ਜਦ ਮੈਂ ਆਇਆ 1966 ਵਿੱਚ, ਤਾਂ ਆਪਣਾ ਇੱਕੋ ਹੀ ਗੁਰਦੁਆਰਾ ਹੁੰਦਾ ਸੀਗਾ 2nd ਐਵਨਿਊ 'ਤੇ, 1866 ਵੈਸਟ 2nd ਐਵਨਿਊ ਬਰਾਡ ਸਟਰੀਟ ਦੇ ਕੋਲ। ਅਤੇ ਉੱਥੇ ਜਾਣਾ ਅਸੀਂ ਵੀਕਐਂਡ ਨੂੰ, ਬ੍ਰਦਰ ਮੇਰਾ ਲੈ ਜਾਣਾ। ਉਹਨੇ ਹਰ ਇੱਕ ਨਾਲ ਮੈਨੂੰ ਇੰਟਰੋਡਿਊਸ ਕਰ ਦੇਣਾ, ਲੈ ਵੀ ਆਹ ਫਲਾਨਾ ਆ, ਇੰਨਾ ਚਿਰ ਇਹਨਾਂ ਨੂੰ ਆਇਆ ਨੂੰ ਹੋਇਆ, ਆਹ ਪਿੰਡ ਇਹਨਾਂ ਦਾ, ਇੱਥੇ ਰਹਿੰਦੇ ਆ। ਸੋ ਐਵਰੀਬੋਡੀ ਨਿਊ ਐਵਰੀਬੋਡੀ। ਬਹੁਤ ਜਿੱਦਾਂ ਛੋਟੀ ਜਿਹੀ ਕਮਿਊਨਿਟੀ ਕਰਕੇ ਸਾਰਿਆਂ ਨਾਲ ਬਹੁਤ ਪਿਆਰ ਸੀਗਾ। ਔਰ ਦੂਸਰੇ ਪ੍ਰਨੀਤ, ਜੇ ਕੋਈ ਹੈ ਨਾ ਫੰਕਸ਼ਨ ਵੀ ਹੁੰਦਾ ਸੀ, ਵਿਆਹ ਆਇਆ ਜਾਂ ਅਖੰਡ ਪਾਠ ਆ, ਤਾਂ ਚਿੱਠੀਆਂ ਗੁਰਦੁਆਰੇ ਨਿਕਲਦੀਆਂ ਸੀ। ਸਾਨੂੰ ਸਾਰਿਆਂ ਨੂੰ ਘਰੀ ਚਿੱਠੀਆਂ ਆ ਜਾਂਦੀਆਂ ਸੀ ਵੀ ਫਲਾਣੇ ਦਾ ਵਿਆਹ ਆਇਆ ਜਾਂ ਫਲਾਣੇ ਦਾ ਅਖੰਡ ਪਾਠ ਆ, ਆਓ। ਸਾਰਾ ਭਾਈਚਾਰਾ ਜਾਂਦਾ। ਅਤੇ ਉਸ ਵੇਲੇ ਕਿਉਂਕਿ ਥੋੜ੍ਹੀ ਸੀਗੀ, ਐਡੀ ਵੱਡੀ ਕਮਿਊਨਿਟੀ ਸੀ ਆਪਣੀ, ਲੇਕਿਨ ਇੱਕ ਦੂਜੇ ਨਾਲ ਪ੍ਰੇਮ ਸੀ, ਸਾਰਾ ਭਾਈਚਾਰਾ ਜਿਵੇਂ ਤੁਸੀਂ ਕਹਿੰਦੇ ਆ। ਅਤੇ ਉਸ ਤੋਂ ਬਾਅਦ ਉਸ ਵੇਲੇ ਆਪਣਾ ਸਟੋਰ ਵੀ ਕੋਈ ਨਾ ਸੀਗਾ। ਇੱਕ ਹੇਸਟਿੰਗਸ ਦੇ ਆਪਣੇ ਕਲਾਰਕ ਤਾਂ ਹੇਸਟਿੰਗਸ ਦੇ ਲਾਗੇ ਇੱਕ ਫੇਮਸ ਫੂਡਸ ਹੁੰਦਾ ਸੀ ਸਟੋਰ, ਇਟਾਲੀਅਨ ਸਟੋਰ। ਉਹ ਆਟਾ ਅਤੇ ਦਾਲਾਂ ਵਗੈਰਾ ਰੱਖਦੇ ਹੁੰਦੇ ਸੀ। ਸੋ ਅਸੀਂ ਜਾਣਾ ਉੱਥੇ, ਜਾਂ ਆਪਣੀ ਕਮਿਊਨਿਟੀ ਵਾਲਿਆਂ ਨੇ ਉੱਥੋਂ ਜਾ ਕੇ ਆਟਾ ਦਾਲ ਵਗੈਰਾ ਲਿਆਉਣੀ। ਅਤੇ 1970 ਵਿੱਚ ਆਪਣਾ ਪਹਿਲਾ ਸਟੋਰ ਚਕਲੇਰ ਨੇ ਸ਼ੁਰੂ ਕੀਤਾ ਮੇਨ 'ਤੇ। ਉਸ ਤੋਂ ਬਾਅਦ ਫਿਰ ਆਪਣਾ ਮੇਨ ਸਟਰੀਟ ਵਧਣ ਲੱਗ ਪਈ ਅਤੇ ਪੰਜਾਬੀ ਮਾਰਕੀਟ ਬਣ ਗਿਆ ਆਪਣਾ ਮੇਨ ਸਟਰੀਟ 'ਤੇ। ਅਤੇ 1970s ਵਿੱਚ ਫਿਰ 71-72 'ਚ ਵਿਜ਼ਟਰ ਆਉਣ ਲੱਗ ਪਏ, ਕਿਉਂਕਿ ਪਹਿਲਾਂ ਆਪਣੀ ਕਮਿਊਨਿਟੀ ਬਹੁਤ ਛੋਟੀ ਸੀ। ਜਦ ਵਿਜ਼ਟਰ ਆਏ ਅਤੇ ਉਹਦੇ ਨਾਲ ਕਮਿਊਨਿਟੀ ਵਧਣ ਲੱਗ ਪਈ। ਔਰ ਵੱਧਦੇ ਫਿਰ ਜਿੱਦਾਂ 80s 90s ਵਿੱਚ ਫਿਰ ਤਾਂ ਆਪਣੀ ਕਮਿਊਨਿਟੀ ਜਿੱਦਾਂ ਕਾਫੀ ਉਚਾਈਆਂ 'ਤੇ ਪਹੁੰਚ ਗਈ। ਉਦੋਂ ਰੇਸਿਜ਼ਮ ਵੀ ਬਹੁਤ ਸੀਗਾ। ਮੈਂ ਇਸੇ ਸਵਾਲ 'ਤੇ ਆਉਣਾ ਸੀ। ਜਦੋਂ ਤੁਸੀਂ ਆਏ, ਤੁਸੀਂ ਦੱਸਿਆ ਤੁਸੀਂ ਇਕੱਲੇ ਹੁੰਦੇ ਸੀ ਆਪਣੇ ਭਾਈਚਾਰੇ ਜਿਹੜੀ ਜਗ੍ਹਾ ਰਹਿੰਦੇ ਸੀ, ਅਤੇ ਐਵੇਂ ਦੀਆਂ ਚੀਜ਼ਾਂ ਸਾਹਮਣੇ, ਕਿਉਂਕਿ ਇੱਥੇ ਖਾਸ ਕਰ ਵੈਨਕੂਵਰ ਸਰੀ ਬਹੁਤ ਰੇਸਿਜ਼ਮ ਸੀਗਾ। ਆਪਣੀ ਲੇਡੀ ਕੋਈ ਤੁਰ ਨਹੀਂ, ਜੋ ਇਕੱਲੀ ਸਟਰੀਟ 'ਤੇ ਨਹੀਂ ਜਾ ਸਕਦੀ। ਗੋਰੇ ਇੱਟਾਂ ਮਾਰਦੇ ਸੀ, ਉੱਦਾਂ ਗਾਲਾਂ ਕੱਢਦੇ ਸੀਗੇ। ਜੇ ਕਿਸੇ ਨੇ ਪੱਗ ਬੰਨੀ, ਪੱਗ ਵਾਲਾ ਗਿਆ ਤਾਂ ਉਹਨਾਂ ਨੂੰ ਰੈਗ ਹੈਡ ਕਹਿਣਾ ਚਾਹੀਦਾ। ਬਹੁਤ ਜਿੱਦਾਂ ਬੁਰੀ ਹਾਲਤ ਸੀ ਉਸ ਵੇਲੇ। ਫਿਰ ਆਪਣੀ ਕਮਿਊਨਿਟੀ ਨੇ, ਔਰ ਇਸੇ ਤਰ੍ਹਾਂ ਦੂਜੇ ਜਿਹੜੇ ਛੋਟੇ ਟਾਊਨ ਆ
ਉਹਨਾਂ 'ਚ ਵੀ ਇਹ ਕੰਮ ਹੋਣ ਲੱਗ ਪਿਆ ਜੀ। ਗੋਲਡਨ, ਲਿਲੁਏਟ, ਕੁਨੇਲ, ਵਿਲੀਅਮ ਲੇਕ, ਇਹਨਾਂ ਟਾਊਨਾਂ 'ਚ ਵੀ ਤੁਸੀਂ ਹੋਰ ਵੀ ਕਈ ਸਾਹਮਣਾ ਨਫ਼ਰਤ ਕੀਤਾ? ਮੈਂ ਬਹੁਤ ਘੱਟ ਕੀਤਾ ਕਿਉਂਕਿ ਐਜ਼ ਅ ਟੀਚਰ ਥੋੜ੍ਹਾ ਜਿਹਾ ਜਿੱਦਾਂ ਮਾਣ ਥੋੜ੍ਹਾ ਜਿਹਾ ਤੁਹਾਡਾ ਵੱਧ ਜਾਂਦਾ, ਹਾਂਜੀ। ਲੋਕ ਵੀ ਰਿਸਪੈਕਟ ਜ਼ਿਆਦਾ ਕਰਨ ਲੱਗ ਪੈਂਦੇ, ਸੋ ਮਾੜਾ ਮੋਟਾ ਤਾਂ ਹੁੰਦਾ ਪਰ ਇੰਨਾ ਨਹੀਂ। ਲੇਕਿਨ ਜਦ ਮੈਂ ਲਿਲੁਏਟ ਮੂਵ ਹੋਇਆ ਉੱਥੇ ਕਾਫੀ ਆਪਣੇ ਜਿਹੜੇ ਖਾਸ ਕਰ ਜਿਹੜੇ ਐਬੋਰੀਜਨਲ ਆ ਇੰਡੀਅਨ, ਉਹਨਾਂ ਨਾਲ ਕਾਫੀ ਕਾਨਫਲਿਕਟ ਸੀਗਾ ਆਪਣੇ ਦਾ, ਮੂਲ ਨਿਵਾਸੀ ਨੇ ਜਿਹੜੇ। ਹਾਂਜੀ, ਉਹ ਮੂਲ ਵਾਸੀ। ਉਹ ਪ੍ਰੋਬਲਮ ਇਹ ਸੀਗੀ ਪ੍ਰਨੀਤ ਵੀ ਜਿਹੜੇ ਮੂਲ ਵਾਸੀ ਆ ਇਹਨਾਂ ਦਾ ਲਾਈਫ ਸਟਾਈਲ ਬਹੁਤ ਆਪਣਾ ਹੀ ਆ, ਹਾਂਜੀ, ਬਹੁਤ ਰਿਲੈਕਸ ਲਾਈਫ ਸਟਾਈਲ ਆ, ਬਹੁਤ ਹੋਲਿਸਟਿਕ ਜੀ ਅਪਰੋਚ ਉਹਨਾਂ ਦੀ। ਮਿਲਣ 'ਚ ਕੰਮ ਕਰਦੇ ਸੀ, ਉਹ ਵੀ ਆਪਣੇ ਬੰਦੇ ਵੀ ਮਿਲਣ 'ਚ ਕੰਮ ਕਰਦੇ ਸੀ। ਆਪਣੇ ਬੰਦੇ ਇੰਨੇ ਸੀਗੇ ਵੀ ਜੇ ਸਿੱਖ ਵੀ ਆ ਤਾਂ ਦਿਹਾੜੀ ਨਹੀਂ ਭੰਨਣੀ, ਕੰਮ ਤੇ ਜ਼ਰੂਰ ਜਾਣਾ। ਜਿਹੜੇ ਮੂਲ ਵਾਸੀ ਸੀਗੇ ਕਾਫੀ ਉਹਨਾਂ 'ਚੋਂ ਉਹਨਾਂ ਨੂੰ ਫਰਾਈਡੇ ਚੈੱਕ ਮਿਲ ਜਾਣਾ ਤੇ ਉਹਨੀ ਨਸ਼ਾ ਪਾਣੀ ਪੀ ਕੇ ਤਾਂ ਮੰਡੇ ਕੰਮ ਤੇ ਨਹੀਂ ਜਾਣਾ। ਉਹਨਾਂ ਥੋੜ੍ਹਾ ਕਨਫਲਿਕਟ ਹੋਣ ਲੱਗ ਪਿਆ ਕਿਉਂਕਿ ਉਹਨਾਂ ਦੀ ਆਪਣੇ ਬੰਦਿਆਂ ਦੇ ਕਰਕੇ ਉਹਨਾਂ ਦੀ ਕਦਰ ਥੋੜ੍ਹੀ ਜਿਹੀ ਘਟ ਗਈ। ਉਹ ਫਿਰ ਆਪਣਿਆਂ ਨੂੰ ਜੈਲਸੀ ਕਰਨ ਲੱਗ ਪਿਆ। ਫਿਰ ਮੈਂ ਕਾਫੀ ਚੰਗੀ ਪੋਜੀਸ਼ਨ ਸੀਗਾ, ਸਾਰਿਆਂ ਨਾਲ ਚੰਗਾ ਮਿਲਵਰਤਨ ਸੀਗਾ। ਫਿਰ ਮੈਂ ਜਿਹੜੇ ਚੀਫ ਸੀਗੇ ਸਾਡੇ ਉਹ ਵੀ ਜਾਣ ਪਛਾਣਨ ਲੱਗ ਪਿਆ, ਉਹਨਾਂ ਦੇ ਬੱਚੇ ਮੇਰੇ ਸਟੂਡੈਂਟ ਸੀਗੇ। ਫਿਰ ਮੈਂ ਇਕੱਠਾ ਕੀਤਾ ਸਾਰਿਆਂ ਨੂੰ, ਮੈਂ ਕਿਹਾ ਵੀ ਇਹ ਚੰਗੀ ਗੱਲ ਨਹੀਂ ਜਿੱਦਾਂ, ਅਤੇ ਫਿਰ ਸਮਝੌਤਾ ਹੋ ਗਿਆ। ਫਿਰ ਉਸ ਤੋਂ ਬਾਅਦ ਕੰਮ ਠੰਡਾ ਪੈ ਗਿਆ। ਸੋ ਇਸੇ ਤਰ੍ਹਾਂ ਇੱਥੇ ਵੀ ਕਾਫੀ ਟਰਬਲ ਹੋਈ, ਸਰੀ 'ਚ ਵੀ ਵੈਨਕੂਵਰ ਘੱਟ ਸੀ, ਸਰੀ ਜ਼ਿਆਦਾ ਸੀਗੀ। ਸੋ ਹਰ ਇੱਕ ਕਮਿਊਨਿਟੀ 'ਚ ਆਪਣੀ ਕਮਿਊਨਿਟੀ ਨੇ ਜਦ ਸਟੈਂਡ ਲਿਆ ਫਿਰ ਰੇਸਿਜ਼ਮ ਘਟਣ ਲੱਗ ਪਿਆ। ਅਤੇ ਮੇਰੇ ਖਿਆਲ ਵਿੱਚ ਪ੍ਰਨੀਤ ਆਪਣੀ ਕਮਿਊਨਿਟੀ ਤਿੰਨਾਂ ਫੇਜ਼ਾਂ ਵਿੱਚੋਂ ਨਿਕਲੀ ਆ ਕਿਉਂਕਿ ਉਸ ਵੇਲੇ ਆਪਣੇ ਕੋਲ ਵੋਟ ਦਾ ਹੱਕ ਨਾ ਸੀਗਾ। 1947 ਦੇ 1907 ਵਿੱਚ ਆਪਣਾ ਵੋਟ ਦਾ ਹੱਕ ਲੈ ਲਿਆ ਸੀਗਾ। ਲੇਕਿਨ ਆਪਣੀ ਕਮਿਊਨਿਟੀ ਨੇ ਸਟਰਗਲ ਕਾਫੀ ਕੀਤੀ, ਖਾਸ ਕਰ ਗੁਰਦੁਆਰਾ ਜਿਹੜਾ ਖਾਲਸਾ ਦੀਵਾਨ ਸਾਡੀ ਰਾਜ ਸੀਟ ਉਦੋਂ ਸੈਕੰਡ ਐਵਨਿਊ 'ਤੇ ਸੀ। ਇਹ ਸੁਸਾਇਟੀ ਦੀ ਬਹੁਤ ਵੱਡੀ ਦੇਣ ਆ। ਇਹਦੇ ਕਾਫੀ ਜਿੱਦਾਂ ਐਕਟਿਵ ਬੰਦੇ ਸੀ ਜਿਹੜੇ ਆਟਵੇ ਗਏ, ਕਾਫੀ ਸਟਰਗਲ ਕੀਤੀ। ਫਿਰ 1947 'ਚ ਆਪਣੀ ਕਮਿਊਨਿਟੀ ਨੂੰ ਵੋਟ ਮਿਲ ਗਈ ਸੀ, ਵੋਟ ਦਾ ਹੱਕ। ਜਦ ਇੰਡੀਆ ਆਜ਼ਾਦ ਹੋਇਆ ਉਦੋਂ ਹੀ ਵੋਟ ਦਾ ਹੱਕ ਮਿਲਿਆ। ਹਾਂਜੀ, ਲੇਕਿਨ 1947 ਤਾਈਂ ਜਿਹੜੀ ਆਪਣੀ ਕਮਿਊਨਿਟੀ ਦੀ ਸੀਗੀ ਸਟਰਗਲ, ਉਹਨੂੰ ਮੈਂ ਸਟਰਗਲ ਕਹਿੰਦਾ। ਸਟਰਗਲ ਵੀ ਬਹੁਤ ਸੀ ਕਿਉਂਕਿ ਤੁਸੀਂ ਦੇਖਿਆ ਕੰਮ ਘੱਟ ਮਾਰੂ, ਉਹਨਾਂ ਦੇਖ ਲਓ ਕੀ ਹੋਇਆ। ਹੋਰ ਇੱਦਾਂ ਦੇ ਬਹੁਤ ਇੰਸੀਡੈਂਟ ਹੋਏ ਆ। ਰੇਸਿਜ਼ਮ ਬਹੁਤ ਸੀਗਾ, ਡਿਸਕ੍ਰਿਮੀਨੇਸ਼ਨ ਬਹੁਤ ਸੀਗੀ। ਆਪਣੇ ਬੰਦੇ ਜਿਹੜੇ ਮੋਸਟਲੀ ਸੀਗੇ ਅਨਪੜ੍ਹ, ਈਵਨ UBC ਵੱਡੇ ਇੰਸਟੀਟਿਊਸ਼ਨ 'ਚ ਵੀ ਆਪਣਾ ਨੂੰ ਅਲਾਊ ਨਾ ਸੀਗਾ, ਕਿਸੇ ਚੰਗੀ ਜੋਬ 'ਤੇ ਅਲਾਊ ਨਾ ਸੀਗਾ। ਇੱਥੋਂ ਤੱਕ ਕਿ ਵੈਸਟ ਵੈਨਕੂਵਰ ਵਾਲੇ ਸ਼ਹਿਰ 'ਚ ਆਪਣੇ ਬੰਦੇ ਘਰ ਨਾ ਸੀ ਲੈ ਸਕਦੇ, ਔਰ ਇਸੇ ਤਰ੍ਹਾਂ ਵੈਨਕੂਵਰ ਦੇ ਵੈਸਟ ਐਂਡ 'ਚ। ਸੋ ਕਾਫੀ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਸੀ। ਸੋ 47 ਤਾਈਂ ਆਪਾਂ ਬਹੁਤ ਸਟਰਗਲ ਕੀਤੀ ਆਪਣੀ ਕਮਿਊਨਿਟੀ ਨੇ। ਲੇਕਿਨ 47 ਤੋਂ 70 ਤਾਈਂ ਆਵਟ ਸੇ ਥੋੜ੍ਹਾ ਜਿਹਾ ਕੰਸੋਲੀਡੇਟ ਕਰਨ ਲੱਗ ਪਿਆ ਫਿਰ ਬੰਦੇ, ਕਿਉਂਕਿ ਇਮੀਗ੍ਰੇਸ਼ਨ ਥੋੜ੍ਹੀ ਲੂਜ਼ਨ ਅਪ ਹੋ ਗਈ ਅਤੇ ਉਹਦੇ ਨਾਲ ਜਿੱਦਾਂ ਆਪਣੇ ਬੰਦੇ ਬਿਜ਼ਨਸ ਜਾਣ ਲੱਗ ਪਏ, ਆਪਣੀ ਯੂਨੀਵਰਸਿਟੀਆਂ 'ਚ ਜਾਣ ਲੱਗ ਪਏ। ਡਾਕਟਰ ਗੁਰਦੇਵ ਗਿੱਲ ਸੀ ਜਿਹੜਾ ਪਹਿਲਾ ਡਾਕਟਰ ਬਣਿਆ ਅਤੇ UBC ਜਿਹੜੀ ਕੀਤੀ ਆ। ਸੋ ਉਹਦੇ ਨਾਲ ਥੋੜ੍ਹਾ ਜਿਹਾ ਕਮਿਊਨਿਟੀ ਦਾ ਮਾਣ ਵਧਣ ਲੱਗ ਪਿਆ। ਮੈਂ ਉਹਨੂੰ ਕਹਿੰਦਾ ਵੀ ਕੰਸੋਲੀਡੇਸ਼ਨ ਦਾ ਫੇਜ਼ ਸੀ ਉਹ, ਜਿਹਦੇ ਵਿੱਚ ਆਪਣੀ ਕਮਿਊਨਿਟੀ ਨੇ ਆਪਣੇ ਆਪ ਨੂੰ ਕੰਸੋਲੀਡੇਟ ਕੀਤਾ। ਲੇਕਿਨ 70s ਤੋਂ ਔਨਵਰਡ ਉਹ ਮੈਂ ਕਹਿੰਦਾ ਵੀ ਗਰੋਥ ਆ, ਕਿਉਂਕਿ ਜਦ ਆਪਣੀ ਕਮਿਊਨਿਟੀ ਵਧਣ ਲੱਗ ਪਈ ਅਤੇ ਹੁਣ ਤਾਂ ਸਮਝੋ ਗੱਲਾਂ ਹੀ ਕੋਈ ਨਹੀਂ। ਇਸ ਵੇਲੇ ਆਪਣੇ 22-23 MP ਆ, ਹਰ ਇੱਕ ਸੂਬੇ 'ਚ ਆਪਣੇ MLA ਆ, ਹਰ ਇੱਕ ਕੌਂਸਲ 'ਚ ਆਪਣੇ ਮੈਂਬਰ ਆ, ਅਤੇ ਪ੍ਰੋਫੈਸ਼ਨਲ ਬਹੁਤ ਆ। ਉਦੋਂ ਆਪਣੇ ਪ੍ਰੋਫੈਸ਼ਨਲ ਬਹੁਤ ਘੱਟ ਹੁੰਦੇ ਸੀਗੇ ਅਤੇ ਹੁਣ ਤਾਂ ਜਿੱਦਾਂ ਕਾਫੀ ਆਪਣੀ ਕਮਿਊਨਿਟੀ ਨੇ ਤਰੱਕੀ ਕਰ ਲਈ। ਅਤੇ ਲੇਕਿਨ ਉਸ ਦੇ ਨਾਲ ਹੀ ਪ੍ਰਨੀਤ ਆਪਣੇ ਪ੍ਰੋਬਲਮ ਵੀ ਆਈਆਂ। ਇੱਕ ਵੱਡੀ ਪ੍ਰੋਬਲਮ ਜਿਹੜੀ ਸੀਗੀ ਉਹ ਸੀਗੀ ਯੂਥ ਬਾਰੇ। ਯੂਥ ਗੈਂਗਾਂ 'ਚ ਪੈਣ ਲੱਗ ਪਿਆ, ਡਰੱਗਾਂ 'ਚ ਪੈਣ ਲੱਗ ਪਿਆ, ਗੈਂਗ ਬਣ ਗਿਆ। ਇਹ ਕਿੱਥੇ ਹੋਇਆ? ਕਿਉਂਕਿ ਇਸ ਦੌਰਾਨ ਜਦੋਂ ਅਸੀਂ ਮਾਪਿਆਂ ਨਾਲ ਵੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਉਹ ਇੱਥੇ ਆ ਕੇ ਪੈਸਾ ਕਮਾਉਣ 'ਚ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਕਿ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ। ਇਹ ਉੱਥੇ ਹੋਇਆ? ਹਾਂ, ਇਹ ਤਾਂ ਬਿਲਕੁਲ ਇਹ 80s ਵਿੱਚ 90s ਐਕਚੁਅਲੀ ਸ਼ੁਰੂ ਹੋਇਆ। 90s ਵਿੱਚ ਜਿੱਦਾਂ ਗੈਂਗ ਬਣਨ ਲੱਗ ਪਿਆ। ਆਪਣੇ ਕਿਡ ਜਿਹੜੇ ਸੀਗੇ, ਪ੍ਰੋਬਲਮ ਇਹ ਆ ਹੁਣ ਜਦ ਤੁਸੀਂ ਦੇਖਦੇ ਜਿਹੜੇ ਆਪਣੇ ਕਾਫੀ ਮਸ਼ਹੂਰ ਗੈਂਗਸਟਰ ਬਣੇ ਆ, ਉਹਨਾਂ ਨੂੰ ਡਿਸਕ੍ਰਿਮੀਨੇਸ਼ਨ ਫੇਸ ਕਰਨੀ ਪਈ ਸਕੂਲੇ। ਉਹ ਡਰੋਪ ਆਊਟ ਹੋ ਗਿਆ ਸਕੂਲੋਂ। ਉਹਨੇ ਫਿਰ ਡੰਡਾ ਚੱਕਿਆ ਵੀ ਅਸੀਂ ਜੇ ਐਕਸੈਪਟੈਂਸ ਲੈਣੀ ਆ ਤਾਂ ਸਾਨੂੰ ਅਗਰੈਸਿਵ ਹੋਣਾ ਪੈਣਾ। ਦੈਟਸ ਵਾਈ ਦੇ ਸਟਾਰਟਡ। ਉਹਦੇ ਨਾਲ ਫਿਰ ਹੋਰ ਵੀ ਨਾਲ ਰਲਣ ਲੱਗ ਪਿਆ। ਔਰ ਦੂਜੀ ਜਿਹੜੀ ਪ੍ਰੋਬਲਮ ਹੈਗੀ ਆ, ਇੱਕ ਪਾਸੇ ਤਾਂ ਗੈਂਗਸਟਰ ਬਣ ਗਿਆ,
ਦੂਜੇ ਪਾਸੇ ਜਿਹੜੀ ਹੈ ਡਰੱਗਾਂ ਦੀ, ਜੀ ਕਿਉਂਕਿ ਜਿਹੜਾ ਵੈਨਕੂਵਰ ਹੈ ਡਰੱਗ ਸੈਂਟਰ ਇੱਕ ਕਿਸਮ ਦਾ ਬਣ ਗਿਆ। 90s ਤੋਂ ਸ਼ੁਰੂ ਹੋਇਆ, ਦੇਖ ਲਓ ਹਾਲੇ ਤੇ ਚੱਲੀ ਜਾਂਦਾ, ਕਿਉਂਕਿ ਡਰੱਗ ਆਪਣੇ ਕੋਲੰਬੀਆ ਵੱਲੋਂ ਵੀ ਆਉਂਦੇ, ਸਾਊਥ ਅਮਰੀਕਾ 'ਚੋਂ ਆਉਂਦੇ ਆ, ਇੱਧਰੋਂ ਆਪਣੇ ਫਿਲੀਪੀਨ ਥਾਈਲੈਂਡ ਵਗੈਰਾ 'ਚੋਂ ਵੀ ਆਉਂਦੇ ਆ, ਇਸ ਕਰਕੇ ਅਫਗਾਨਿਸਤਾਨ ਵੱਲੋਂ ਵੀ ਆਉਂਦੇ ਆ। ਸੋ ਜਦ ਡਰੱਗ ਟ੍ਰੇਡ ਵਾਰ ਹੋ ਗਈ ਸ਼ੁਰੂ, ਅਤੇ ਆਪਣੇ ਮੁੰਡੇ ਇਹਨਾਂ 'ਚ ਪੈਣ ਲੱਗ ਪਿਆ, ਸੋ ਉਹਦੇ ਨਾਲ ਕੰਮ ਕਾਫੀ ਵਧਣ ਲੱਗ ਪਿਆ। ਸੋ ਅਸੀਂ ਫਿਰ 2002 'ਚ ਇੱਕ ਆਰਗੇਨਾਈਜੇਸ਼ਨ ਸ਼ੁਰੂ ਕੀਤੀ, ਜਿਹਨੂੰ ਜਿਹੜਾ ਮੇਨ ਪਰਪਸ ਸੀਗਾ ਵੀ ਬੱਚਿਆਂ ਨੂੰ ਸਿੱਧੇ ਰਾਹ 'ਤੇ ਲਾਉਣਾ। ਅਤੇ ਅਸੀਂ ਪੁਲਿਸ ਨਾਲ ਵੀ ਗੱਲ ਕੀਤੀ, ਗਵਰਨਮੈਂਟ ਨਾਲ ਵੀ ਗੱਲ ਕੀਤੀ, ਕਾਫੀ ਪ੍ਰੋਗਰਾਮ ਵੀ ਸ਼ੁਰੂ ਹੋਏ, ਜਿੱਦਾਂ ਜਿਹੜੀ ਆਪਣੀਆਂ ਕੋਆਰਡੀਨੇਟਡ CFSCU ਕੋਆਰਡੀਨੇਟਡ ਫੋਰਸਿਸ ਇਨਫੋਰਸਮੈਂਟ ਯੂਨਿਟ, ਸਪੈਸ਼ਲ ਇਨਫੋਰਸਮੈਂਟ ਯੂਨਿਟ, ਉੱਦਾਂ ਦੀਆਂ ਆਰਗੇਨਾਈਜੇਸ਼ਨ ਪੁਲਿਸ ਨੇ ਵੀ ਕਾਇਮ ਕੀਤੀਆਂ, IHIT ਵਗੈਰਾ। ਸੋ ਉਹਦੇ ਨਾਲ ਫਿਰ ਹੌਲੀ ਹੌਲੀ ਫਰਕ ਪੈਣ ਲੱਗ ਪਿਆ, ਲੇਕਿਨ ਹਾਲੇ ਵੀ ਪ੍ਰੋਬਲਮ ਹੈਗੀ ਆ, ਕਿਉਂਕਿ ਆਪਣੇ ਕਾਫੀ ਮੁੰਡੇ ਮਰੇ ਆ। ਆਲਮੋਸਟ 300 ਦੇ ਕਰੀਬ ਪ੍ਰਨੀਤ ਆਪਣੇ ਯੰਗ ਮੈਨ ਦੇ ਹੈਵ ਬੀਨ ਵਿਕਟਿਮਸ ਆਫ ਡਰੱਗਸ, ਗੈਂਗ ਐਂਡ ਵਾਇਲੈਂਸ। ਸੋ ਟੂ ਬੈਡ ਆ, ਪਰ ਹੁਣ ਕਮਿਊਨਿਟੀ 'ਚ ਅਵੇਅਰਨੈਸ ਕਾਫੀ ਆ, ਕਿਉਂਕਿ ਹੁਣ ਤਾਂ ਬਹੁਤ ਜਥੇਬੰਦੀਆਂ ਬਣੀਆਂ ਜਿਹੜੀਆਂ ਇਹਨਾਂ ਚੀਜ਼ਾਂ ਨਾਲ ਡੀਲ ਕਰ ਰਹੀਆਂ। ਗੌਰਮੈਂਟ ਦੀ ਵੀ ਬਹੁਤ ਸਪੋਰਟ ਆ, ਲੇਕਿਨ ਉਸ ਵੇਲੇ ਬਹੁਤ ਘੱਟ ਸੀ, ਹੁਣ ਬਹੁਤ ਫਰਕ ਪੈ ਰਿਹਾ। ਸੋ ਆਹ ਸੀਗੀ ਮੇਨ ਬੈਕਗਰਾਉਂਡ ਆਪਣੀ ਕਮਿਊਨਿਟੀ। ਤੁਸੀਂ ਕਿੰਨਾ ਸੋਹਣੇ ਸ਼ਬਦਾਂ ਵਿੱਚ 1966 ਤੋਂ ਲੈ ਕੇ ਅੱਜ ਤੱਕ ਦੇ ਪੰਜਾਬੀਆਂ ਦੇ ਸਫ਼ਰ ਬਾਰੇ, ਆਪਣੇ ਸਫ਼ਰ ਬਾਰੇ ਜਿਹੜਾ ਬਿਆਨ ਕੀਤਾ ਹੈ ਬਹੁਤ ਹੀ ਖੂਬਸੂਰਤੀ ਦੇ ਨਾਲ। ਹੁਣ ਇਹਦੇ ਵਿੱਚ ਆਪਾਂ ਇੱਕ ਜਿਹੜਾ ਵਿਸਥਾਰ 'ਚ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਸਕੂਲਾਂ 'ਚ ਪੰਜਾਬੀ ਭਾਸ਼ਾ ਕਦੋਂ ਸ਼ੁਰੂ ਹੋਈ? ਹਾਂਜੀ, ਸਕੂਲਾਂ ਵਿੱਚ ਪੰਜਾਬੀ ਭਾਸ਼ਾ ਓਕੇ, ਜਿਹੜੇ BC ਦਾ ਹੈਗਾ ਰੈਗੂਲੇਸ਼ਨ ਹੈ ਨਾ ਐਜੂਕੇਸ਼ਨ ਦੇ, ਉਹਦੇ ਵਿੱਚ ਆ ਕਿ ਤੁਹਾਨੂੰ 5ਵੀਂ ਤੋਂ 8ਵੀਂ ਤਾਈਂ ਸੈਕੰਡ ਲੈਂਗੁਏਜ ਲੈਣੀ ਪੈਂਦੀ ਆ ਅੰਗਰੇਜ਼ੀ ਤੋਂ ਇਲਾਵਾ। ਪਹਿਲਾਂ 5 ਲੈਂਗੁਏਜ ਸੀਗੀਆਂ ਜਿਹੜੀਆਂ ਕੀਤੀਆਂ ਸੀਗੀਆਂ ਅਪਰੂਵ ਗੌਰਮੈਂਟ ਨੇ। ਜਿਹੜਾ ਆਪਣਾ ਮੋਹਸੋਤਾ ਬਣਿਆ ਮਿਨਿਸਟਰ, ਮੋਹਸੋਤਾ ਤੁਸੀਂ ਸੁਣਿਆ ਹੋਣਾ ਨਾ, ਇਜ਼ ਏ ਗੁੱਡ ਫਰੈਂਡ ਆਫ ਮਾਈਨ। ਅਤੇ ਮੋਹ ਜਦ ਬਣਿਆ ਉਦੋਂ NDP ਗਵਰਨਮੈਂਟ ਸੀ, ਅਤੇ ਉਹਨੂੰ ਅਸੀਂ ਅਪਰੋਚ ਕੀਤਾ ਵੀ ਪੰਜਾਬੀ ਨੂੰ ਵੀ ਇਨਕਲੂਡ ਕਰਨਾ ਚਾਹੀਦਾ। ਸੋ ਉਹਨ ਹਿੰਮਤ ਕੀਤੀ, ਗੌਰਮੈਂਟ ਨੇ ਅਪਰੂਵ ਕਰਤਾ, ਅਤੇ ਹੁਣ 6 ਜ਼ਬਾਨਾਂ ਜਿਹੜੀਆਂ ਸੈਕੰਡ ਲੈਂਗੁਏਜ ਐਕਸੈਪਟਡ ਆ। ਅਤੇ ਉਸ ਦੇ ਉਦੋਂ ਤੋਂ ਜਦ ਅਪਰੂਵ ਗੌਰਮੈਂਟ ਨੇ ਕਰਤੀ, ਫਿਰ ਪਹਿਲਾਂ ਆਪਣਾ ਬਰਨਵੇਟ ਸ਼ੁਰੂ ਹੋਈ ਸੀਗੀ, ਬਰਨਵੇਟ ਸਾਊਥ ਸੈਕੰਡਰੀ ਸਕੂਲ ਵਿੱਚ, ਅਤੇ ਲੇਕਿਨ ਕਈਆਂ ਕਾਰਨਾਂ ਕਰਕੇ ਉੱਥੇ ਚੱਲ ਨਹੀਂ ਸਕੀ। ਉਸ ਵੇਲੇ ਉਦੋਂ ਹੀ ਅਸੀਂ ਜਦ ਉੱਧਰੋਂ ਵਿਕਟੋਰੀਆ ਵੱਲੋਂ ਅਪਰੂਵਲ ਮਿਲ ਗਈ, ਫਿਰ ਅਸੀਂ ਆਪਣੀ ਇਹ ਜਥੇਬੰਦੀ ਬਣਾਈ ਸਾਊਥ ਬਿਨਿੰਗ ਹੋਣਾ ਨਾਲ, ਪਾਲ ਬਿਨਿੰਗ, ਹੋਰ ਜਿਹੜੇ ਸਾਡੇ ਸਾਥੀ ਆ, ਅਤੇ ਅਸੀਂ ਇਹ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਬਣਾਈ, ਪਲੀਜ਼ ਇਹਨੂੰ ਕਹਿੰਦੇ ਆ। ਔਰ ਸਾਨੂੰ 25 ਸਾਲ ਤੋਂ ਵੀ ਜ਼ਿਆਦਾ ਹੋ ਗਿਆ। ਅਸੀਂ ਫਿਰ ਹੰਭਲਾ ਇਹ ਮਾਰ ਰਹੇ ਹਾਂ ਉਦੋਂ ਤੋਂ ਬਈ ਪੰਜਾਬੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਕਮਿਊਨਿਟੀ ਵਿੱਚ ਵੀ। ਔਰ ਤੁਸੀਂ ਇਹ ਵੀ ਦੇਖਿਆ ਹੋਊਗਾ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਵੀ ਪੰਜਾਬੀ ਲੱਗੀ ਆ, ਉਹ ਸਾਡੇ ਕਰਕੇ ਅਸੀਂ ਉਹਨਾਂ ਨਾਲ ਜ਼ੋਰ ਪਾਇਆ ਅਤੇ ਉੱਥੇ ਪੰਜਾਬੀ ਲੱਗ ਗਈ। ਔਰ ਪੰਜਾਬੀ ਤੁਸੀਂ ਦੇਖਿਆ ਹੋਊਗਾ ਹਸਪਤਾਲਾਂ ਵਿੱਚ, ਸਿਟੀ ਹਾਲਾਂ ਵਿੱਚ, ਆਪਣੇ ਕ੍ਰੈਡਿਟ ਯੂਨੀਅਨਾਂ, ਬੈਂਕਾਂ, ਹੋਰ ਬਿਜ਼ਨਸ ਜਿੱਥੇ ਸਾਈਨਾਂ ਲੱਗੀਆਂ, ਅਸੀਂ ਪੰਜਾਬੀ ਬੋਲਦੇ ਹਾਂ, ਸਾਨੂੰ ਬਹੁਤ ਮਾਣ ਆ। ਤੁਹਾਨੂੰ ਇੱਥੇ ਦੀ ਗੱਲ ਦੱਸਦੇ ਹਾਂ, ਮੈਂ ਆਪਣੇ ਗੁਰੂ ਘਰ ਇਸ ਇੰਡੀਆ ਕਲਚਰ ਸੈਂਟਰ ਗੁਰਦੁਆਰਾ ਨਾਨਕ ਨਿਵਾਸ 'ਚ ਕਾਫੀ ਚਿਰ ਤੋਂ ਇਨਵੋਲਵਡ ਹਾਂ, ਹੁਣ ਮੈਂ ਸੈਕਟਰੀ ਹਾਂ ਕਮੇਟੀ ਦਾ। ਅਤੇ ਅਸੀਂ ਇੱਥੇ ਫੰਡ ਰੇਜ਼ਿੰਗ ਰੇਜ਼ ਕੀਤੀ ਰਿਚਮੰਡ ਹੌਸਪੀਟਲ ਲਈ। ਅਸੀਂ ਕਿਹਾ ਵੀ ਆਪਾਂ ਐਜ਼ ਏ ਕਮਿਊਨਿਟੀ ਆਪਾਂ ਨੂੰ ਵੀ ਕਰਨਾ ਚਾਹੀਦਾ। ਅਸੀਂ ਤਕਰੀਬਨ $50,000 ਰੇਜ਼ ਕੀਤਾ। ਫਿਰ ਜਦ ਅਸੀਂ ਉਹਨਾਂ ਨਾਲ ਅਪਰੋਚ ਕੀਤਾ, ਉਹਨਾਂ ਨੂੰ ਮੈਂ ਕਿਹਾ ਵੀ ਇੱਕ ਗੱਲ ਸਾਡੇ ਲਈ ਕਰੋ। ਹੁਣ ਅਸੀਂ ਇੰਨਾ ਪੈਸਾ ਇਕੱਠਾ ਕੀਤਾ, ਉਹ ਕਹਿੰਦੇ ਦੱਸੋ। ਅਸੀਂ ਜੋ ਕਹੇ, ਅਸੀਂ ਕਿਹਾ ਪੰਜਾਬੀ ਹਸਪਤਾਲ ਦੇ ਵਿੱਚ ਪੰਜਾਬੀ ਦੀਆਂ ਸਾਈਨਾਂ ਵੀ ਹੋਣੀਆਂ ਚਾਹੀਦੀਆਂ। ਹੁਣ ਤੁਸੀਂ ਦੇਖੋਗੇ ਜਦ ਰਿਚਮੰਡ ਹੌਸਪੀਟਲ ਜਾਂਦੇ ਆ, ਸਾਰੇ ਹੌਸਪੀਟਲ 'ਚ ਪੰਜਾਬੀ, ਇੰਗਲਿਸ਼, ਚਾਈਨੀਜ਼ ਨਾਲ ਪੰਜਾਬੀ। ਸੋ ਇਹ ਇਸੇ ਤਰ੍ਹਾਂ ਵੈਨਕੂਵਰ ਜਨਰਲ ਹੌਸਪੀਟਲ, ਸਰੀ ਹੌਸਪੀਟਲ ਅਤੇ ਹੋਰ ਕਾਫੀ ਥਾਵਾਂ 'ਤੇ ICBC ਬਣ ਗਈ, ਉਹ ਵੀ ਸਰਵਿਸਿਜ਼ ਪ੍ਰੋਵਾਈਡ ਕਰਦੀਆਂ। ਕਿਉਂਕਿ ਜਿਵੇਂ ਜਿਵੇਂ ਆਪਣਾ ਕੰਜ਼ਿਊਮਰ ਬੇਸ ਵਧਿਆ, ਤਿਉਂ ਉਹ ਜਿਹੜੇ ਆ ਆਪਣੇ ਅਦਾਰੇ ਆ, ਉਹ ਵੀ ਕਹਿੰਦੇ ਅਸੀਂ ਵੀ ਪੰਜਾਬੀ 'ਚ ਆਫਰ ਕਰਾਂਗੇ, ਕਿਉਂਕਿ ਇਸ ਵੇਲੇ ਕਮਿਊਨਿਟੀ ਆਪਣੀ ਬਹੁਤ ਪਾਵਰਫੁਲ ਹੈ ਔਰ ਬਹੁਤ ਕਾਫੀ ਗਿਣਤੀ 'ਚ ਆ। ਇਸ ਕਰਕੇ ਹਮੇਸ਼ਾ ਕੋਈ ਬਿਜ਼ਨਸ ਆ, ਕੋਈ ਬੈਂਕ, ਕ੍ਰੈਡਿਟ ਯੂਨੀਅਨ ਜਾਂ ਸਿਟੀ ਹਾਲ, ਹਰ ਇੱਕ ਦੇਖਦੇ ਸਾਡਾ ਕੰਜ਼ਿਊਮਰ ਬੇਸ ਕਿਵੇਂ ਆ। ਜਦ ਕੰਜ਼ਿਊਮਰ ਉਹਨਾਂ ਨੂੰ ਦੱਸਦੇ ਆ, ਫਿਰ ਉਹ ਮੰਨ ਜਾਂਦੇ ਆ। ਸੋ ਅਸੀਂ ਫਿਰ ਦੂਜਾ ਇਹ ਕੰਮ ਕੀਤਾ,
ਪਨੀਰ ਯੂਨੀਵਰਸਿਟੀਆਂ 'ਚ ਸਾਡੇ, ਤਾਂ ਕਿ ਸਾਡੇ ਬੱਚਿਆਂ ਨੂੰ ਮੌਕਾ ਮਿਲੇ। ਇਹ ਚਾਰੇ ਯੂਨੀਵਰਸਿਟੀਆਂ UBC, ਸਾਈਮਨ ਫਰੇਜ਼ਰ ਯੂਨੀਵਰਸਿਟੀ, ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ, ਇਹਨਾਂ 'ਚ ਪੰਜਾਬੀ ਰੈਕਗਨਾਈਜ਼ਡ ਹੈ। ਇਹਨਾਂ 'ਚ ਪੰਜਾਬੀ ਦੀਆਂ ਕਲਾਸਾਂ ਵੀ ਚੱਲ ਰਹੀਆਂ। ਔਰ ਜਦ ਬੱਚੇ ਸਾਡੇ ਜਾਂਦੇ ਆ ਗ੍ਰੇਡ 11 12 ਚੋਂ, ਤਾਂ ਉਹਨਾਂ ਨੂੰ ਗ੍ਰੈਜੂਏਟ ਹੋਣ ਲਈ ਲੈਂਗੁਏਜ ਰਿਕੁਆਇਰਮੈਂਟ ਹੈ, ਪੰਜਾਬੀ ਐਕਸੈਪਟਡ ਹੈ। ਸੋ ਉਹ ਵੀ ਅਸੀਂ ਕਹਿੰਦੇ ਵੀ ਮੌਕਾ ਮਿਲਣਾ ਚਾਹੀਦਾ ਆਪਣੇ ਬੱਚਿਆਂ ਨੂੰ। ਔਰ ਹੁਣ ਖਾਸ ਕਰ ਸਰੀ ਵਿੱਚ, ਸਰੀ ਸਾਡਾ ਬਹੁਤ ਵੱਡਾ ਸੈਂਟਰ ਬਣ ਗਿਆ। ਸਰੀ 'ਚ 6 ਐਲੀਮੈਂਟਰੀ ਸਕੂਲ 'ਚ ਪੰਜਾਬੀ ਚੱਲ ਰਹੀ ਹੈ ਔਰ 8 ਹਾਈ ਸਕੂਲ ਹੈ। ਔਰ ਸਰੀ 'ਚ ਜੇ ਬੱਚੇ ਚਾਹੁਣ ਉਹ 5ਵੀਂ ਤੋਂ ਲੈ ਕੇ 12ਵੀਂ ਤਾਈਂ ਪੰਜਾਬੀ ਪੜ੍ਹ ਸਕਦੇ ਆ। ਉਦੋਂ ਬਾਅਦ UBC ਜਾਣਾ ਜਾਂ ਸਾਈਮਨ ਫਰੇਜ਼ਰ ਜਾਣਾ ਜਾਂ ਆਪਣੇ ਕੁਆਂਟਮ ਜਾਣਾ ਜਾਂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਦੇ ਹੈਵ ਦ ਆਪਸ਼ਨ ਵੀ ਪੰਜਾਬੀ 'ਚ ਪੜ੍ਹ ਸਕਦੇ। ਸੋ ਅਸੀਂ ਉਸ ਬਾਰੇ ਬਹੁਤ ਹਿੰਮਤ ਕੀਤੀ ਆ ਔਰ ਸਾਨੂੰ ਬੜੀ ਖੁਸ਼ੀ ਆ ਕਿ ਸਾਨੂੰ ਕਾਫੀ ਇਸ ਬਾਰੇ ਹੁੰਗਾਰਾ ਪਿਆ। ਜਿਵੇਂ ਤੁਸੀਂ ਕਿਹਾ ਕਿ 6 ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਸਬਜੈਕਟ ਦਿਵਾਉਣ ਵਾਸਤੇ ਪੇਰੈਂਟਸ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਉਹ ਫਾਰਮ ਜ਼ਰੂਰ ਭਰਨ। ਤਾਂ ਪੰਜਾਬੀ ਪੇਰੈਂਟਸ ਨੇ ਜਿਹੜੇ, ਕਿਉਂਕਿ ਕਮਿਊਨਿਟੀ ਤਾਂ ਆਪਣੀ ਇੰਨੀ ਜ਼ਿਆਦਾ ਵੱਡੀ ਹੋ ਗਈ ਹੈ, ਉਹ ਸਾਰੇ ਨੂੰ ਸਮਰਥਨ ਦਿੰਦੇ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ 'ਚ? ਕਾਫੀ ਦਿੰਦੇ ਆ, ਲੇਕਿਨ ਹਾਲੇ ਵੀ ਜਿੱਦਾਂ ਇੱਕ ਚੀਜ਼ ਜਿਹੜੀ ਲੈਕਿੰਗ ਆ, ਹਮੇਸ਼ਾ ਜਦ ਮੈਂ ਰੇਡੀਓ TV ਤੇ ਜਾਂਦਾ ਇਹੀ ਐਮਫੇਸਾਈਜ਼ ਕਰਦਾ ਵੀ ਆਪਾਂ ਨੂੰ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ। ਹਾਲੇ ਵੀ ਆਪਣੇ ਕਾਫੀ ਪੇਰੈਂਟਸ ਆ, ਉਹ ਕਹਿੰਦੇ ਪੰਜਾਬੀ ਤਾਂ ਬੱਚੇ ਨੇ ਸਿੱਖ ਹੀ ਜਾਣੀ ਆ, ਲੇਕਿਨ ਇਹ ਨਹੀਂ ਉਹ ਰੀਅਲਾਈਜ਼ ਕਰਦੇ ਕਿ ਬੱਚਾ ਜਦ ਉਹ ਮਿਸ ਕਰ ਗਿਆ ਪਹਿਲੇ 5-6 ਸਾਲ, ਉਦੋਂ ਬਾਅਦ ਉਹਨੂੰ ਪੰਜਾਬੀ 'ਚ ਬਹਿ ਕੇ ਲਿਆਉਣਾ ਬਹੁਤ ਔਖਾ। ਲੇਕਿਨ ਜੇ ਪੰਜਾਬੀ ਪਹਿਲਾਂ ਤੋਂ ਉਹਨਾਂ ਨੂੰ ਨਾਲ ਉਹ ਜੁੜੇ ਹੋਏ ਆ ਤਾਂ ਬਹੁਤ ਈਜ਼ੀ ਹੋ ਜਾਂਦਾ। ਸੋ ਹਾਂ, ਅਸੀਂ ਐਮਫੇਸਾਈਜ਼ ਕਰ ਰਹੇ ਹਾਂ। ਹੁਣ ਪੇਰੈਂਟਸ ਨਾਲ ਜੁੜੀ ਜਾਂਦੇ ਆ, ਪਰ ਹਾਲੇ ਵੀ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਆ। ਤੇ ਆਪਣੇ ਪੰਜਾਬੀ ਫੈਮਿਲੀਜ਼ ਹੀ ਬੱਚਿਆਂ ਨੂੰ ਪੰਜਾਬੀ ਸਬਜੈਕਟ ਨਹੀਂ ਦਿਵਾਉਂਦੀਆਂ। ਹਾਂ ਬਿਲਕੁਲ। ਤੇ ਇਹਦੇ ਦੂਸਰੇ ਆਪਣੇ ਨਹੀਂ ਤਾਂ ਕਈ ਨਾਨ ਪੰਜਾਬੀ ਫੈਮਿਲੀ ਪੜ੍ਹਵਾ ਰਹੀਆਂ, ਕਿਉਂਕਿ ਉਹ ਦੇਖਦੇ ਆ ਵੀ ਕਹਾਂ ਜਿਹੜੀ ਹੁਣ ਸਾਰਿਆਂ ਨਾਲੋਂ ਵੱਡੀ ਚੀਜ਼ ਆ ਜਿਹੜੀ ਅਸੀਂ ਆਲਵੇਜ਼ ਐਮਫੇਸਾਈਜ਼ ਕਰਦੇ ਪਲੀ ਵੱਲੋਂ, ਵੀ ਪੰਜਾਬੀ ਹੁਣ ਇੱਕ ਰੁਜ਼ਗਾਰ ਦੀ ਭਾਸ਼ਾ ਬਣ ਗਈ ਆ। ਬਿਲਕੁਲ। ਔਰ ਜੌਬਸ ਲਈ ਬਹੁਤ ਈਜ਼ੀ ਆ। ਸਾਨੂੰ ਕਈ ਫੋਨ ਆਉਂਦੇ ਆ ਵੀ ਸਾਨੂੰ ਪੰਜਾਬੀ ਸਪੀਕਰ ਚਾਹੀਦੇ ਆ ਜਾਂ ਪੰਜਾਬੀ ਬੋਲਦੇ ਜਿਹੜੇ ਪੰਜਾਬੀ ਜਾਣਦੇ ਹੋਣ, ਆਪਣੇ ਐਮਪਲੋਈ ਚਾਹੀਦੇ ਆ। ਅਤੇ ਕਈ ਆਪਣੇ ਨੌਜਵਾਨਾਂ ਦੇ ਸਾਨੂੰ ਫੋਨ ਆਉਂਦੇ ਵੀ ਅੰਕਲ ਮੈਨੂੰ ਜੋਬ ਮਿਲ ਗਈ ਕਿਉਂਕਿ ਮੈਨੂੰ ਪੰਜਾਬੀ ਆਉਂਦੀ ਹੈ। ਸੋ ਇਸ ਕਰਕੇ ਹੁਣ ਉਹ ਬਹੁਤ ਸਾਡਾ ਇੱਕ ਵੱਡਾ ਪਲੱਸ ਆ ਜੀ। ਹਾਂਜੀ, ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ। ਤੇ ਫਿਰ ਤੁਸੀਂ ਅੱਜ ਤੋਂ 50 ਸਾਲ ਬਾਅਦ, ਕਿਉਂਕਿ ਜਦੋਂ ਇੱਕ ਪੀੜ੍ਹੀ ਅਗਲੀ ਪੀੜ੍ਹੀ ਦੀ ਵਾਰੀ ਆਉਣੀ ਹੈ, ਜਿਹੜੀ ਪੀੜ੍ਹੀ ਇਸ ਸਮੇਂ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਸਿਖਾਉਣ ਵਾਸਤੇ ਉਹਨਾਂ ਨੂੰ ਇਸ ਸਮੇਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਉਹ ਤੋਂ ਜਿਹੜੀ ਅਗਲੀ ਪੀੜ੍ਹੀ ਹੈ, ਕੀ ਪੰਜਾਬੀ ਉੱਥੇ ਤੱਕ ਪਹੁੰਚ ਪਾਊਗੀ? ਬਿਲਕੁਲ। ਤੁਹਾਨੂੰ ਯਾਦ ਹੋਊਗਾ 6-7 ਸਾਲ ਹੋ ਗਏ ਆ, ਯੂਨਾਈਟਿਡ ਨੇਸ਼ਨ ਵੱਲੋਂ ਇੱਕ ਰਿਪੋਰਟ ਆਈ ਸੀ। ਹਾਂਜੀ। ਜਿਹ 'ਚ ਉਹਨੇ ਕਿਹਾ ਸੀ 50 ਸਾਲਾਂ 'ਚ ਪੰਜਾਬੀ ਫਿਨਿਸ਼ ਹੋ ਜਾਣੀ। ਲੇਕਿਨ ਉਹ ਇਹ ਨਹੀਂ ਜਾਣਦੇ ਕਿ ਪੰਜਾਬੀ ਆ ਜਿਹੜੀ ਇਹ NRIs ਨੇ ਬਚਾਉਣੀ ਆ। ਜਦ ਪੰਜਾਬੀ 'ਚ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਹੁਣ ਮੈਂ ਜਾਣਾ, ਜਦ ਮੈਂ ਪੰਜਾਬ ਜਾਂਦਾ ਮਿਨਿਸਟਰਾਂ ਨੂੰ ਮਿਲਦਾ ਸਾਰਿਆਂ ਨੂੰ, ਉਹਨਾਂ ਨੂੰ ਇਹੀ ਕਹਿਣਾ ਵੀ ਤੁਸੀਂ ਵੀ ਥੋੜ੍ਹਾ ਜਿਹਾ ਕਰੋ, ਅਸੀਂ ਹਜ਼ਾਰਾਂ ਮੀਲ ਬੈਠੇ ਪੰਜਾਬੀ ਲਈ ਆਹ ਕੁਛ ਕਰ ਰਹੇ ਹਾਂ, ਤੁਸੀਂ ਵੀ ਇੱਥੇ ਕਰੋ। ਲੇਕਿਨ ਫਿਰ ਵੀ ਉਹਨਾਂ ਦਾ ਇੰਨਾ ਇੰਟਰਸਟ ਨਹੀਂ, ਕਿਉਂਕਿ ਉਹਨਾਂ ਦੀ ਪ੍ਰੋਬਲਮ ਇਹ ਆ ਜਿਹੜੇ ਆਉਂਦੇ ਆ ਨਾ ਆਫਿਸਰ, ਖਾਸ ਕਰ IAS ਆ, ਉਹ ਬਾਹਰਲੇ ਸੂਬਿਆਂ ਤੋਂ ਵੀ ਆਉਂਦੇ ਆ, ਉਹਨਾਂ ਦਾ ਪੰਜਾਬੀ 'ਚ ਕੋਈ ਇੰਟਰਸਟ ਨਹੀਂ। ਇਸ ਕਰਕੇ ਜਦ ਉਹ ਚੀਜ਼ ਨਹੀਂ ਹੈ ਤਾਂ ਹੁਣ ਮਿਨਿਸਟਰ ਵੀ ਕਿੰਨਾ ਕੁ ਜ਼ੋਰ ਪਾ ਲੈਣਗੇ। ਸੋ ਇਸ ਕਰਕੇ, ਲੇਕਿਨ ਅਸੀਂ ਇੱਥੇ ਜ਼ਰੂਰ ਕਰ ਰਹੇ ਹਾਂ ਵੀ ਆਪਾਂ ਨੂੰ ਜੋ ਵੀ ਆਪਾਂ ਪੰਜਾਬੀ ਲਈ ਯੋਗਦਾਨ ਪਾ ਸਕਦੇ ਹਾਂ ਉਹ ਪਾਈਏ ਜੀ। ਤੇ ਅੰਤ ਵਿੱਚ ਮੇਰੇ ਤੋਂ ਕੁਝ ਪੁੱਛਣ ਤੋਂ ਰਹਿ ਗਿਆ ਹੋਵੇ, ਤੁਸੀਂ ਆਪਣੇ ਵੱਲੋਂ ਕਹਿਣਾ ਚਾਹੁੰਦੇ ਆ? ਨਹੀਂ, ਮੈਂ ਇਹੀ ਕਹਿਣਾ ਚਾਹੁੰਦਾ ਵੀ ਆਪਣੀ ਕਮਿਊਨਿਟੀ ਨੇ ਬਹੁਤ ਤਰੱਕੀ ਕੀਤੀ ਆ, ਬਹੁਤ ਆਪਾਂ ਕਿੱਥੋਂ ਤੋਂ ਕਿੱਥੇ ਤੱਕ ਪਹੁੰਚੇ ਆ। ਆਪਾਂ ਨੂੰ ਹੁਣ ਚਾਹੀਦਾ ਕਿ ਮੈਂ ਤਾਂ ਇੱਕ ਮੈਸੇਜ ਆਪਣੇ ਸਾਰੇ ਖਾਸ ਕਰ ਨੌਜਵਾਨਾਂ ਨੂੰ ਦਿੰਦਾ ਹੁੰਦਾ ਵੀ ਭਾਵੇਂ ਆਪਣੀ ਕਮਿਊਨਿਟੀ ਨੇ ਇੰਨੀ ਤਰੱਕੀ ਕਰ ਲਈ ਆ, ਆਪਣੇ ਮਿਨਿਸਟਰ ਬਣ ਗਏ, ਆਪਣੇ ਸਭ ਕੁਛ ਅਸੀਂ ਅਚੀਵ ਬਹੁਤ ਕੀਤਾ, ਲੇਕਿਨ ਹਾਲੇ ਵੀ ਸਾਡੀ ਕਮਿਊਨਿਟੀ ਜੇ ਕੋਈ ਗੱਲਬਾਤ ਹੁੰਦੀ ਆ ਵੀ ਆਰ ਅੰਡਰ ਏ ਮਾਈਕਰੋਸਕੋਪ, ਕਿਉਂਕਿ ਅਸੀਂ ਨਿਗਾਹ ਵਿੱਚ ਬਹੁਤ ਛੇਤੀ ਆ ਜਾਂਦੇ ਹਾਂ। ਇਸ ਕਰਕੇ ਸਾਨੂੰ ਚਾਹੀਦਾ ਵੀ ਸਾਡਾ ਇੱਕ ਮੈਂਬਰ ਹੈ ਜਿਹੜਾ ਸਾਡੀ ਕਮਿਊਨਿਟੀ ਦਾ, ਉਹ ਇੱਕ ਰੋਲ ਮਾਡਲ ਬਣੇ, ਕਿਉਂਕਿ ਤੁਸੀਂ ਸਾਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆ। ਜੇ ਤੁਸੀਂ ਦੇਖਿਆ ਹੋਊਗਾ ਗੋਰਿਆਂ ਦਾ ਕੋਈ ਨਹੀਂ, ਕਿਉਂਕਿ ਐਡੀ ਵੱਡੀ ਕਮਿਊਨਿਟੀ ਆ, ਆਪਣਾ ਕੋਈ ਬੰਦਾ ਜੇ ਚੰਗਾ ਕੰਮ ਕਰਦਾ ਉਹ ਸਾਰੀ ਕਮਿਊਨਿਟੀ ਨੂੰ ਉਹਦਾ ਮਾਣ ਮਿਲਦਾ, ਜੇ ਕੋਈ ਮਾੜਾ ਕੰਮ ਕਰਦਾ ਉਹ ਸਾਰਿਆਂ ਨੂੰ ਲੰਪ ਕਰਦੇ ਆ। ਇਹ ਇੱਦਾਂ ਦਾ ਹੀ ਆ।
ਸੋ ਉਹ ਸਾਨੂੰ ਬਹੁਤ ਖਿਆਲ ਰੱਖਣਾ ਪੈਂਦਾ। ਸੋ ਮੈਂ ਇਹੀ ਅਪੀਲ ਕਰਦਾ ਸਾਰਿਆਂ ਨੂੰ ਵੀ ਆਓ ਆਪਾਂ ਆਪਣੀ ਕਮਿਊਨਿਟੀ ਦਾ ਮਾਣ ਜਿੰਨਾ ਵੀ ਵਧਾ ਸਕਦੇ ਆ ਉਹ ਵਧਾਈਏ। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ, ਇੰਨੀ ਸੋਹਣੀ ਜਾਣਕਾਰੀ ਸਾਂਝੀ ਕੀਤੀ। ਐਨੀ ਟਾਈਮ। ਥੈਂਕ ਯੂ ਪਨੀਤ, Thank ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਥੈਂਕ ਯੂ। ਜਿਵੇਂ ਕਿ ਤੁਸੀਂ ਸੁਣਿਆ, ਇੱਥੇ ਬਹੁਤ ਖੂਬਸੂਰਤ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਬਲਵੰਤ ਸਿੰਘ ਸੰਘੇੜਾ ਜੀ ਵੱਲੋਂ। ਆਪਣੇ ਜੀਵਨ ਦਾ ਜੋ ਸਫ਼ਰ ਦੇ ਖਾਸ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ, ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਹ ਵੀ ਜਾਣਨ ਨੂੰ ਮਿਲਦਾ ਹੈ ਕਿ ਕਿਸ ਤਰ੍ਹਾਂ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਆ ਕੇ ਸੰਘਰਸ਼ ਕੀਤਾ ਤੇ ਅੱਗੇ ਹੋਰ ਭਾਈਚਾਰੇ ਦੇ ਵਾਸਤੇ ਰਸਤੇ ਖੋਲ੍ਹੇ ਨੇ, ਤਾਂ ਨਾਲ ਹੀ ਪੰਜਾਬੀ ਭਾਸ਼ਾ ਨੂੰ ਅੱਗੇ ਹੋਰ ਪ੍ਰਫੁੱਲਿਤ ਕਰਨ ਦੇ ਵਾਸਤੇ ਕਿਵੇਂ ਕਦਮ ਚੁੱਕੇ ਜਾ ਰਹੇ ਨੇ, ਤੇ ਮਾਪਿਆਂ ਨੂੰ ਵੀ ਇਸ ਮੌਕੇ ਸਹਿਯੋਗ ਦੇਣ ਦੀ ਲੋੜ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਾਸਤੇ ਜੋ ਇੱਕ ਸਬਜੈਕਟ ਹੁੰਦਾ, ਵਿਸ਼ਾ ਹੁੰਦਾ, ਉਹ ਜ਼ਰੂਰ ਲਗਵਾਉਣ। ਉਸ ਦੇ ਵਾਸਤੇ ਹਰ ਸਾਲ ਫਾਰਮ ਜ਼ਰੂਰ ਭਰਨ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਵਿੱਚ ਹੋਰ ਨੌਕਰੀਆਂ ਵੀ ਪੈਦਾ ਹੋ ਸਕਦੀਆਂ ਨੇ ਤੇ ਪੰਜਾਬੀ ਭਾਸ਼ਾ ਨੂੰ ਬੱਚਿਆਂ ਤੱਕ, ਅਗਲੀਆਂ ਪੀੜ੍ਹੀਆਂ ਤੱਕ ਕੁਝ ਇਸੇ ਤਰ੍ਹਾਂ ਪਹੁੰਚਾਇਆ ਜਾ ਸਕਦਾ ਹੈ।